प्रशासन मुर्दाबाद मुर्दाबाद मुर्दाबाद। साडा हक इत्थे रख साडा हक इत्थे रख बकाऊ प्रशासन मुर्दाबाद मुर्दाबाद मुर्दाबाद। डैम प्रशासन मुर्दाबाद। बैराज औसती पिछले लंबे समय से नौकरियां पाने के लिए संघर्ष कर रहे हैं। बैराज औसतियों ने कहा कि सरकार द्वारा हमें नौकरी देने का वादा किया गया था, परंतु उनकी जमीनें तो बैराज प्रोजेक्ट के लिए ले ली गई थी, पर उन्हें नौकरियां नहीं दी गई, जिस कारण लंबे समय से यह लोग संघर्ष कर रहे हैं। वहीं आज भी इन प्रदर्शनकारियों की ओर से जुग्याल में चीफ इंजीनियर के दफ्तर से कुछ ही दूरी पर एक निजी कंपनी के टावर पर चढ़कर रोष प्रदर्शन किया गया। इनकी मांग है कि सरकार जल्दी इन्हें नौकरियां दे। वहीं उन्होंने सरकार को भी चेतावनी देते हुए कहा कि अगर सरकार इनकी मांगों को पूरा नहीं करती तो वह सरकार के खिलाफ और उग्र प्रदर्शन करेंगे। ਬਰਾਜ ਜੋਤੀ ਸੰਘਰਸ਼ ਕਮੇਟੀ ਵੱਲੋਂ ਜੋ ਕਿ 28 ਸਾਲ ਤੋਂ ਸੰਘਰਸ਼ ਕੀਤਾ ਆ ਰਿਹਾ ਹੈ, ਸਰਕਾਰ ਦੀਆਂ ਜਿਹੜੀ ਪ੍ਰਸ਼ਾਸਨ ਦੀਆਂ ਆ ਅੱਖਾਂ ਬਿਲਕੁਲ ਬੰਦ ਪਈਆਂ ਨੇ। ਜਿਨ੍ਹਾਂ ਔਸਤੀਆਂ ਦੀ ਜ਼ਮੀਨਾਂ ਬਰਾਜ ਦੇ ਵਿੱਚ ਅਕਵਾਇਰ ਹੋਈਆਂ ਸੀ ਤੇ ਜਦੋਂ ਸਾਡੀਆਂ ਜ਼ਮੀਨਾਂ ਅਕਵਾਇਰ ਹੋਈਆਂ ਸੀ, ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਡੈਮ ਦਾ ਕੰਮ ਸ਼ੁਰੂ ਹੋਵੇਗਾ ਆਪਾਂ ਤੁਹਾਨੂੰ ਇੱਕ ਇੰਤਕਾਲ ਤੇ ਇੱਕ ਨੌਕਰੀ ਦੇਵਾਂਗੇ। ਉਸ ਦਿਨ ਸਾਡੇ ਇਹਨਾਂ ਨੇ ਡੈਮ ਔਸਤੀਆਂ ਸਰਟੀਫਿਕੇਟ ਬਣਾਏ ਸੀ। ਉਸ ਤੋਂ ਬਾਅਦ ਜਦੋਂ ਕਹਿੰਦੇ ਡੈਮ ਦਾ ਕੰਮ ਸ਼ੁਰੂ ਹੋਵੇਗਾ, ਜਦੋਂ ਡੈਮ ਦਾ ਕੰਮ 2013-14 ਦੇ ਵਿੱਚ ਸ਼ੁਰੂ ਹੋਇਆ ਤਾਂ ਇਹਨਾਂ 2010 ਦੇ ਵਿੱਚ ਜਿਹੜੀ 1993 ਦੀ ਪਾਲਿਸੀ ਸੀ ਉਹਦੀ ਕੱਟ ਆਫ ਡੇਟ ਚੇਂਜ ਕਰਕੇ ਤੇ 2010 ਦੇ ਵਿੱਚ ਨਵੀਂ ਪਾਲਿਸੀ ਬਣਾ ਕੇ ਇਹਨਾਂ 300 ਬੰਦੇ ਨੂੰ ਨੌਕਰੀ ਦਿੱਤੀ, ਜੋ ਕਿ ਨਾ ਉਹ ਪਾਲਿਸੀ ਵਿਧਾਨ ਸਭਾ ਦੇ ਵਿੱਚ ਪਾਸ ਹੋਈ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਉਹ ਪਾਸ ਕੀਤੀ ਹੈ। ਤਾਂ ਜਦੋਂ ADC ਸਾਹਿਬ ਨੇ ਆਪਣੇ ਐਕਸ਼ਨ ਸਾਹਿਬ ਕੋਲ ਅਰਵਿੰਦ ਕੋਲੋਂ ਰਿਟਨ ਦੇ ਵਿੱਚ ਮੰਗਿਆ ਸੀ ਜਿਹੜੀ ਤੁਸੀਂ ਕੱਟ ਆਫ ਡੇਟ ਚੇਂਜ ਕੀਤੀ ਹੈ ਕਿਹਦੀ ਪਰਮਿਸ਼ਨ ਨਾਲ ਕੀਤੀ ਆ, ਤਾਂ ਇਹਨਾਂ ਕੋਲੋਂ ਕੋਈ ਰਿਟਨ ਦੇ ਵਿੱਚ ਕੋਈ ਜਵਾਬ ਨਹੀਂ ਆਇਆ, ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਉਸ ਤੋਂ ਬਾਅਦ ਫਿਰ SDM ਸਾਹਿਬ ਨੇ ਸੌਰਵ ਅਰੋੜਾ ਜੀ ਨੇ ਇਨਕੁਆਇਰੀ ਕੀਤੀ ਸੀ ਬਰਾਜ ਪ੍ਰੋਜੈਕਟ ਦੇ ਵਿੱਚ, ਤਾਂ 50 ਬੰਦੇ ਡਿਫਾਲਟਰ ਪਾਏ ਗਏ ਸੀ ਜੋ ਨਜਾਇਜ਼ ਰੱਖੇ ਗਏ ਸੀ। ਉਹ ਅੱਜ ਇਸ ਗੱਲ ਨੂੰ 1.5-2 ਸਾਲ ਹੋ ਗਿਆ ਤੇ ਪ੍ਰਸ਼ਾਸਨ ਉਹ ਬੰਦੇ ਬਾਹਰ ਨਹੀਂ ਕੱਢ ਰਿਹਾ। ਜਿਹੜੇ ਅੱਜ ਸਾਡੇ ਬੰਦੇ ਟਾਵਰ ਦੇ ਚੜ੍ਹਿਆ, ਮੈਨੂੰ ਲੱਗਿਆ ਪਤਾ ਕੋਈ 5-6 ਵਜੇ ਸਾਡੇ ਜਿਹੜੇ ਬੰਦੇ ਆ ਬਜ਼ੁਰਗ, ਇੱਕ ਦੀ 86 ਸਾਲ ਉਮਰ ਹੈ, ਇੱਕ ਦੀ 70 ਸਾਲ ਉਮਰ ਹੈ, ਇੱਕ ਮੁੰਡਾ ਨੌਜਵਾਨ ਉਹਦੀ 25 ਸਾਲ ਉਮਰ ਹੈ। ਤੇ ਜੇ ਕੋਈ ਹਰਜੀ ਮਰਜ਼ੀ ਹੁੰਦੀ ਆ ਤਾਂ ਪ੍ਰਸ਼ਾਸਨ ਨੂੰ ਭੁਗਤਣ ਨੂੰ ਤਿਆਰ ਹੋ ਜਾਣ। ਆਪਾਂ ਨਹੀਂ ਕਿਸੇ ਪਰਚੇ ਪੁਰਚਿਆਂ ਕੋਲ ਡਰਨ ਵਾਲੇ, ਤੇ ਆਪਾਂ ਆਪਣੇ ਹੱਕ ਵਾਸਤੇ ਲੜਦੇ ਪਏ। ਆਪਾਂ ਕਿਸੇ ਕੋਲ ਭੀਖ ਨਹੀਂ ਮੰਗ ਰਹੇ, ਜਾਂ ਆਪਾਂ ਇਹਨਾਂ ਪ੍ਰਸ਼ਾਸਨ ਕੋਲ ਭੀਖ ਮੰਗ ਰਹੇ ਜਾਂ ਚੀਫ ਕੋਲ ਭੀਖ ਮੰਗ ਰਹੇ ਹਾਂ। ਪਹਿਲੀ ਤਰੀਕ ਆਪਾਂ ਜਿਹੜਾ ਨਵੇਂ DC ਸਾਹਿਬ ਆਏ ਨੇ ਅਗਰਵਾਲ ਜੀ, ਉਹਨਾਂ ਨਾਲ ਮਿਲੇ ਸੀ। ਉਹਨਾਂ ਨੇ ਬੋਲਿਆ ਸੀ ਕਿ ਕਰੋਨਾ ਚੱਲ ਰਿਹਾ ਹੈ ਤੇ ਤੁਹਾਡੀ ਅਗਲੇ ਮਹੀਨੇ ਤੱਕ ਆਪਾਂ ਮੀਟਿੰਗ ਕਰਾ ਸਕਦੇ ਹਾਂ, ਪਰ 6 DC ਬਦਲ ਗਿਆ, 7ਵਾਂ DC ਆ ਗਿਆ, ਸਾਨੂੰ ਕਿਸੇ ਤੇ ਕੋਈ ਯਕੀਨ ਨਹੀਂ ਰਿਹਾ। ਤੇ ਜੇ ਆਪਾਂ DC ਸਾਹਿਬ ਦੀ ਜਿਹੜਾ ਗੁਰਪ੍ਰੀਤ ਸਿੰਘ ਖੈਰਾ ਸਾਹਿਬ DC ਸਨ, ਉਹਨਾਂ ਨੇ ਸਾਡੇ ਹੱਕ ਦੇ ਵਿੱਚ ਰਿਪੋਰਟ ਬਣਾਈ ਸੀ ਤੇ ਉਹ ਰਿਪੋਰਟ ਹਾਲੇ ਤੱਕ ਲਾਗੂ ਨਹੀਂ ਹੋਈ ਸੀ। ਤੇ ਜੋ ਸਾਡੇ ਚੀਫ ਨਾਲ ਸਾਡੇ ਨਾਲ ਪਹਿਲੇ ਗੱਲ ਹੋਈ ਸੀ ਕਿ ਜਿਸ ਪਿੰਡ ਦੀ ਜਗ੍ਹਾ ਗਈ ਹੈ ਉਸੇ ਪਿੰਡ ਦੀ ਪਰਸੈਂਟੇਜ ਬਣਾਵਾਂਗੇ। ਚਲੋ ਮੈਂ ਸੋਚਿਆ ਸੀ ਕਿ ਜੇ 100-150 ਪਰਿਵਾਰ ਨੂੰ ਨੌਕਰੀ ਮਿਲਦੀ ਹੈ ਤਾਂ ਬਹੁਤ ਵਧੀਆ, ਆਪਾਂ ਨੌਕਰੀ ਦੋਨੇ ਨਾਲ ਹੋ ਗਏ। ਤੇ ਚੀਫ ਨੇ ਤੇ ਜਿਹੜਾ ਐਕਸ਼ਨ ਅਰਵਿੰਦ ਹੈ, ਇਹਨਾਂ ਨੇ ਸਾਡੇ ਬੰਦੇ ਜਿਨ੍ਹਾਂ ਦੀ ਪਰਸੈਂਟੇਜ ਨਹੀਂ ਬਣੀ, ਜਪਾਨ ਸਿੰਘ ਦੀ, ਉਹਨਾਂ ਨੂੰ ਫੋਨ ਕਰਕੇ ਇੱਥੇ ਸੱਦ ਕੇ ਤਾਂ ਉਹਨਾਂ ਨੂੰ ਸਾਡੇ ਖਿਲਾਫ ਭੜਕਾਤਾ ਕਿ ਦਿਆਲ ਸਿੰਘ ਨੇ DC ਨੂੰ ਗਲਤ ਲੈਟਰ ਦੇ ਦਿੱਤਾ ਕਿ ਸਾਡੇ ਹੱਕ ਦੇ ਵਿੱਚ ਬਿਲਕੁਲ ਲੈਟਰ ਨਹੀਂ ਦਿੱਤਾ। ਤੇ ਇੱਥੋਂ ਲੱਗਦਾ ਹੈ ਕਿ ਚੀਫ ਭੜਕਾ ਰਿਹਾ ਸਾਡੇ ਬੰਦੇ ਤੇ ਉਹਨਾਂ ਨੂੰ ਲੈਟਰ ਵੀ ਲਿਖ ਕੇ ਦੇ ਰਿਹਾ। ਤੂੰ DC ਸਾਹਿਬ ਨੂੰ ਲੈਟਰ ਦਿਓ ਕਿ ਜਿਹੜੀਆਂ ਦਿਆਲ ਸਿੰਘ ਦੀਆਂ ਮੰਗਾਂ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਤੇ ਬਜ਼ੁਰਗ ਚੜ੍ਹਿਆ ਤੇ ਇਹ ਮਰਨ ਨੂੰ ਤਿਆਰ ਹੈ। ਆਪਾਂ ਇਹ ਨਹੀਂ ਚਾਹੁੰਦੇ ਕਿ ਆਪਾਂ ਹਰ ਵਾਰੀ ਟਾਵਰ ਦੇ ਚੜ੍ਹਦੇ ਥੱਲੇ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਜਾਂ ਮਿੱਠੀਆਂ ਗੋਲੀਆਂ ਦੇ ਵਿੱਚ ਆ ਕੇ ਥੱਲੇ ਉਤਰ ਜਾਂਦੇ ਆ। ਹੁਣ ਆਪਾਂ ਥੱਲੇ ਨਹੀਂ ਉਤਰਾਂਗੇ, ਹੁਣ ਇਹ ਪੌੜੀਆਂ ਰਸਤੇ ਗਏ ਸੀ ਤੇ ਸਿੱਧੇ ਆਣਗੇ ਛਾਲ ਮਾਰ ਕੇ। ਜੇ ਕੋਈ ਬੰਦਾ ਮਰਦਾ ਆ ਤਾਂ ਆਪਾਂ ਉਹਦੀ ਲਾਸ਼ ਮਾਧਵਰ ਦੇ ਅੱਡੇ ਵਿੱਚ ਰੱਖਾਂਗੇ ਤੇ ਪ੍ਰਸ਼ਾਸਨ ਭੁਗਤਣ ਨੂੰ ਤਿਆਰ ਹੋ ਜਾਵੇ। ਰਿਸ਼ਤੇਦਾਰ ਸਾਰਾ ਪਿੰਡ ਸਾਰ ਕੇ ਫਿਰ ਉਹਨਾਂ ਨੂੰ ਦੱਸਾਂਗੇ ਕਿੰਨੇ 12 ਦੇ ਕਿੰਨੇ 18 ਹੁੰਦੇ ਆ। ਆਪਣਾ ਹੱਕ ਮੰਗ ਰਹੇ, ਕਿਸੇ ਕੋਲ ਭੀਖ ਨਹੀਂ ਮੰਗ ਰਹੇ। ਤੇ ਬਰਾਜ ਪ੍ਰੋਜੈਕਟ ਨੇ ਸਾਡੀ ਸਾਲ 1992-93 ਜ਼ਮੀਨ ਅਕਵਾਇਰ ਕੀਤੀ ਤੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਇੱਕ ਇੰਤਕਾਲ ਤੇ ਇੱਕ ਨੌਕਰੀ ਦੇਵਾਂਗੇ ਜਦੋਂ ਨਹਿਰ ਦਾ ਕੰਮ ਚੱਲੇਗਾ। ਉਹਦੇ ਵਿੱਚ ਇਹਨਾਂ ਕੀਤਾ ਕਿ ਆਪਣੇ ਰਿਸ਼ਤੇਦਾਰਾਂ ਨੂੰ, ਸੱਜਣ ਮਿੱਤਰ, ਭੈਣ ਭਰਾਵਾਂ ਨੂੰ ਛੋਟੇ ਮਰਲਿਆਂ ਦੇ ਟੁਕੜਿਆਂ ਦੇ ਵਿੱਚ ਵੰਡ ਕੇ ਉਹਨਾਂ ਦੇ ਬਾਅਦ ਵਿੱਚ ਇੰਤਕਾਲ ਚੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ। ਤੇ ਜਿਹਦੇ ਵਿੱਚ SDM ਸੌਰਵ ਅਰੋੜਾ ਨੇ ਇਨਕੁਆਇਰੀ ਕੀਤੀ, ਜਿਹਦੇ 50 ਬੰਦੇ ਗਲਤ ਪਾਏ ਗਏ ਤੇ ਉਹਨਾਂ ਨੂੰ ਨਹੀਂ ਬਾਹਰ ਕੱਢਿਆ ਗਿਆ। ਤੇ ਸਾਡਾ ਜਿਹੜਾ ਸੰਘਰਸ਼ ਦੇਖਦੇ ਹੋਏ ਗਵਰਨਰ ਚੰਡੀਗੜ੍ਹ ਤੋਂ ਉਹਨਾਂ ਨੇ ਪਠਾਨਕੋਟ DC ਸਾਹਿਬ ਨੂੰ ਆਰਡਰ ਕੀਤੇ ਵੀ ਇਹਨਾਂ ਦਾ 2 ਮਹੀਨੇ ਦੇ ਅੰਦਰ ਜਿਹੜਾ ਹੱਲ ਕੀਤਾ ਜਾਵੇ। ਇਹ ਆਰਡਰ 14 ਜਨਵਰੀ 2020 ਨੂੰ ਕੀਤੇ ਤੇ ਇਹਦਾ ਟਾਈਮ 14 ਜਨਵਰੀ ਤੋਂ ਲੈ ਕੇ ਤੇ ਮਾਰਚ 14 ਤੱਕ ਸੀ, ਪਰ ਅੱਜ ਤੱਕ ਜਿਹੜਾ ਸਾਡਾ ਹੱਲ ਹੈ ਉਹ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਬਹੁਤ ਹੀ ਪਰੇਸ਼ਾਨ ਹਾਂ। ਤੇ ਜੇਕਰ ਸਾਡਾ ਜਿਹੜਾ ਹੱਲ ਹੈ ਨਹੀਂ ਕੀਤਾ ਤਾਂ ਅਸੀਂ ਆਪਣਾ ਸੰਘਰਸ਼ ਹੋਰ भी तेज करांगे। पठानकोट से नितिन सैनी की रिपोर्ट।